ਕਿਸੇ ਨੂੰ ਅਗਰ ਬਦ ਅਸੀਸ ਦੁਰ ਅਸੀਸ ਦੇਣੀ ਹੋਵੇ ਤਾਂ ਉਹਨੂੰ ਇਹ ਕਹਿ ਦਿਓ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਅਜਿਹਾ ਫੈਸਲਾ ਹੋਇਆ CBSE ਬੋਰਡ ਵੱਲੋਂ। ਜਿਹੜੀ ਮਾਤ ਭਾਸ਼ਾ ਹੁੰਦੀ ਆ, ਮਾਂ ਬੋਲੀ ਹੁੰਦੀ ਆ ਕਿਸੇ ਬੰਦੇ ਦੀ, ਉਹਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਆ। ਵਿਗਿਆਨੀਆਂ ਦਾ ਵੀ ਇਹ ਕਹਿਣਾ ਕਿ ਜੋ ਗੱਲ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਆਪਣੀ ਮਾਂ ਬੋਲੀ 'ਚ ਕਹਿ ਸਕਦੇ ਆ, ਉਦੋਂ ਵਧੀਆ ਤਰੀਕਾ ਨਹੀਂ ਹੋ ਸਕਦਾ, ਤੇ ਜੋ ਸਮਝ ਸਕਦੇ ਆ ਉਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਹੋਰ ਵੀ ਭਾਸ਼ਾਵਾਂ ਬਹੁਤ ਨੇ ਉਹਦੇ ਵਿੱਚ, ਵੱਖ-ਵੱਖ ਖੇਤਰਾਂ ਦੀਆਂ ਭਾਸ਼ਾਵਾਂ, ਉਹਨਾਂ ਨੂੰ ਵੀ ਇਸ ਗੱਲ ਦਾ ਦਰਦ ਹੋਊਗਾ, ਪਰ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਬਹੁਤ ਦਰਦ ਹੈ, ਦੁੱਖ ਹੈ, ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਪੰਜਾਬੀ ਮਾਤ ਭਾਸ਼ਾ ਨੂੰ, ਪੰਜਾਬੀ ਮਾਂ ਬੋਲੀ ਨੂੰ ਦੂਜੇ ਦਰਜੇ ਦੇ ਵਿੱਚ ਰੱਖਿਆ ਗਿਆ। ਫਰਕ ਦੇ ਰਹੀ ਹੈ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਇੰਪੋਰਟੈਂਸ ਤੇ ਕੋਈ ਫਰਕ ਨਹੀਂ ਪੈਣਾ, ਉਹਦੀ ਮਾਤਰਾ ਤੇ ਕੋਈ ਫਰਕ ਨਹੀਂ ਪੈਣਾ, ਅਸੀਂ ਸਿਰਫ ਉਹਦੀ ਇਮਤਿਹਾਨ ਪਹਿਲਾਂ ਲੈਣਾ। ਲੇਕਿਨ ਜਦੋਂ ਲਿਸਟ ਆਵੇਗੀ, ਉਸ ਪੇਪਰ ਦੇ ਉੱਪਰ ਲਿਖਿਆ ਹੋਏਗਾ ਮਾਈਨਰ ਭਾਸ਼ਾ, ਮਾਈਨਰ ਦੂਜੇ ਦਰਜੇ ਦੀ ਭਾਸ਼ਾ, ਤਾਂ ਇਮਤਿਹਾਨ ਦੇਣ ਵਾਲੇ ਬੱਚੇ ਦੇ ਉੱਪਰ ਸਾਈਕੋਲੋਜੀਕਲੀ ਅਸਰ ਪਊਗਾ ਕਿ ਮੇਰੀ ਮਾਂ ਬੋਲੀ ਜਿਹੜੀ ਆ ਉਹ ਮੇਜਰ ਭਾਸ਼ਾ ਦੇ ਵਿੱਚ ਨਹੀਂ ਆਉਂਦੀ। ਜਿਵੇਂ ਕਿ ਆਮ ਕਰਕੇ ਕਹਿੰਦੇ ਵੀ ਪੰਜਾਬ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਤਾਂ ਪਹਿਲਾਂ ਹੀ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲੱਗੀ ਹੁੰਦੀ ਹੈ ਵੀ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਤੁਹਾਨੂੰ ਨਹੀਂ ਲੱਗਦਾ ਵੀ ਇਸ ਨਾਲ ਪੰਜਾਬੀ ਦਾ ਹੋਰ ਜ਼ਿਆਦਾ ਵੱਡਾ ਨੁਕਸਾਨ ਹੋਏਗਾ? ਜਦੋਂ ਸਾਡੇ ਪੰਜਾਬੀ ਬੋਲਣ ਵਾਲੇ ਬੰਦਿਆਂ ਨੇ ਤਰੱਕੀ ਕੀਤੀ ਹੈ ਇੰਟਰਨੈਸ਼ਨਲ ਲੈਵਲ ਤੇ, ਇਸ ਵੇਲੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਵੱਡੇ ਮੁਲਕਾਂ ਦੇ ਵਿੱਚ ਅਸੀਂ ਉੱਥੋਂ ਦੀ ਧਿਰ ਬਣੇ ਹੋਏ ਆ, ਰਾਜਨੀਤਿਕ ਧਿਰ, ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਆ, ਉਹ ਪੰਜਾਬੀ ਬੋਲਣ ਵਾਲੇ ਬੰਦੇ ਵੀ ਪਹੁੰਚੇ ਆ। ਇਹੋ ਜਿਹੀ ਕਿਹੜੀ ਗੱਲ? ਇਸ ਕਰਕੇ ਆਪਣੀ ਮਾਂ ਬੋਲੀ ਬੋਲਣ ਤੇ ਪਾਬੰਦੀ ਬਿਲਕੁਲ ਨਾ ਹੋਵੇ। ਕੁਝ ਲੋਕ ਇਹ ਲਿਖਦੇ ਆ ਵੀ ਜਿਹੜਾ ਇਹ ਪੰਜਾਬੀ ਭਾਸ਼ਾ ਹੈ, ਪੰਜਾਬੀ ਵਿਸ਼ਾ ਹੈ ਜਾਂ ਕੋਈ ਵੀ ਭਾਸ਼ਾ ਹੈ, ਇਹ ਭਾਸ਼ਾ ਵਿਗਿਆਨੀਆਂ ਦੇ ਵਿਸ਼ੇ ਦਾ ਨਾਲ ਸੰਬੰਧਿਤ ਹੈ ਵੀ ਇਸ ਨੂੰ ਭਾਸ਼ਾ ਵਿਗਿਆਨੀ ਹੈਂਡਲ ਕਰਨ। ਪਰ ਇਹ ਸਿਆਸਤ ਤੋਂ ਪ੍ਰੇਰਿਤ ਲੋਕੀ ਇਸ ਦੇ ਮਗਰ ਲੱਗੇ ਆ ਵੀ ਹਿੰਦੀ, ਹਿੰਦੁਸਤਾਨ ਜਾਂ ਫਿਰ ਅਸੀਂ ਅੰਗਰੇਜ਼ੀ ਦੀ ਗੱਲ ਕਰਨੀ ਹੈ। ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਵਿਸ਼ਾ ਵੀ ਰੱਖਿਆ ਗਿਆ, ਜਿਹੜਾ ਇਹ ਫੈਸਲਾ ਕੀਤਾ, ਇਹ ਵੀ ਕੁਝ ਸਿਆਸਤ ਤੋਂ ਪ੍ਰੇਰਿਤ ਹੈ? ਸੰਤ ਰਾਮ ਉਦਾਸੀ ਨੇ ਇੱਕ ਤਾਂ ਲਿਖਿਆ ਕਿ ਮੈਨੂੰ ਜੁੜਿਆ ਜੜ੍ਹਾਂ ਦੇ ਨਾਲ ਰਹਿਣ ਦੇ, ਘੱਟ ਮੰਡੀ ਵਿੱਚ ਮੁੱਲ ਪੈਂਦਾ ਪਹਿਣ ਦੇ, ਰਹਿਣ ਦੇ ਨੀ ਵਾਏ ਮੈਨੂੰ ਮੇਰੇ ਪਿੰਡ ਰਹਿਣ ਦੇ। ਇਹ ਪਿੰਡ ਰਹਿਣ ਦਾ ਮਤਲਬ ਕਿ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿਣਾ, ਆਪਣੀ ਵਿਰਾਸਤ ਨਾਲ ਜੁੜ ਕੇ ਰਹਿਣਾ, ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਜੁੜ ਕੇ ਰਹਿਣਾ। ਉਹੀ ਸਾਡੀ ਜਿਹੜੀ ਪਰਸਨੈਲਿਟੀ ਨੂੰ, ਬੱਚਿਆਂ ਦੀ ਸ਼ਖਸੀਅਤ ਨੂੰ ਇੱਕ ਬਹੁਤ ਵੱਡਾ ਵਿਕਾਸ ਹੈ ਜਿਹੜਾ ਉਹ ਦੇਵੇਗਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਮੇਰਾ ਦਾਗਿਸਤਾਨ ਪੁਸਤਕ ਦੇ ਵਿੱਚ ਲੇਖਕ ਲਿਖਦਾ ਹੈ, ਕਿਸੇ ਨੂੰ ਅਗਰ ਬਦ ਅਸੀਸ ਦੁਰ ਅਸੀਸ ਦੇਣੀ ਹੋਵੇ ਤਾਂ ਉਹਨੂੰ ਇਹ ਕਹਿ ਦਿਓ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਅਜਿਹਾ ਫੈਸਲਾ ਹੋਇਆ CBSE ਬੋਰਡ ਵੱਲੋਂ। ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੋਕ ਇਹ ਫੀਲ ਕਰਦੇ ਆ ਕਿ CBSE ਬੋਰਡ ਦਾ ਜਿਹੜਾ ਇਹ ਸਰਕੂਲਰ, ਇਹ ਫੈਸਲਾ ਆਇਆ ਕਿ ਪੰਜਾਬੀ ਵਿਸ਼ਾ ਜਿਹੜਾ ਹੈ, ਪੰਜਾਬੀ ਭਾਸ਼ਾ ਹੈ, ਇੱਕ ਮਾਈਨਰ ਵਿਸ਼ੇ ਵਿੱਚ ਇਸ ਨੂੰ ਰੱਖਿਆ ਗਿਆ, ਇਸ ਦਰਜੇ ਵਿੱਚ ਰੱਖਿਆ ਗਿਆ। ਬਿਨਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਸੰਸਥਾਵਾਂ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪੰਜਾਬੀ ਲੋਕ ਚੈਨਲ ਵੱਲੋਂ ਵੀ ਇੱਕ ਉਪਰਾਲਾ ਹੈ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਨਿਰਮਲ ਸਿੰਘ ਜੀ ਜੋੜਾ, ਜੋ ਕਿ ਪੰਜਾਬੀਅਤ ਨਾਲ ਜੁੜੇ ਹੋਏ ਆ, ਉੱਘੇ ਨਾਟਕਕਾਰ ਨੇ। ਅਮਰੀਕਾ, ਕੈਨੇਡਾ, ਇੰਗਲੈਂਡ ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬੀ ਦਾ ਝੰਡਾ ਬੁਲੰਦ ਕਰਦੇ ਆ। ਆਪਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਇਹ ਫੈਸਲਾ ਕਿਸ ਤਰ੍ਹਾਂ ਦਾ। ਹਾਂਜੀ ਸਰਦਾਰ ਸਾਹਿਬ, ਪੰਜਾਬੀ ਲੋਕ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਰਦਾਰ ਹਰਪਾਲ ਸਿੰਘ ਜੀ ਸਲਾਮ, ਮੈਂ ਤੁਹਾਡਾ ਧੰਨਵਾਦੀ ਆ, ਪੰਜਾਬੀ ਲੋਕ ਚੈਨਲ ਦਾ ਧੰਨਵਾਦੀ ਆ ਕਿ ਤੁਸੀਂ ਇੱਕ ਵਧੀਆ ਵਿਸ਼ੇ ਤੇ ਗੱਲ ਕਰ ਰਹੇ ਹੋ, ਜਿਹੜਾ ਵਿਸ਼ਾ ਇਸ ਵੇਲੇ ਮੰਗ ਕਰਦਾ ਕਿ ਪੰਜਾਬੀ ਲੋਕ ਇਹਦੇ ਉੱਪਰ ਚਰਚਾ ਕਰਨ, ਪੰਜਾਬੀ ਲੋਕ ਇਸ ਬਾਰੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰਨ। ਇਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਗੱਲ ਕਰਨੀ ਚਾਹੁੰਦਾ ਹੈ ਆਪਣੇ ਪੰਜਾਬੀ ਲੋਕ ਚੈਨਲ ਦੇ ਸਰੋਤਿਆਂ ਨਾਲ ਕਿ ਜਿਹੜੀ ਮਾਤ ਭਾਸ਼ਾ ਹੁੰਦੀ ਆ, ਮਾਂ ਬੋਲੀ ਹੁੰਦੀ ਆ ਕਿਸੇ ਬੰਦੇ ਦੀ, ਉਹਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਆ। ਅੱਜ ਜੇ ਅਸੀਂ 150 ਜਾਂ 200 ਮੁਲਕਾਂ ਦੇ ਵਿੱਚ ਪੰਜਾਬੀ ਲੋਕ ਵਸਦੇ ਆ ਤੇ ਅਸੀਂ ਇੱਕ ਦੂਜੇ ਨਾਲ ਜੁੜੇ ਆ, ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਆ, ਤਾਂ ਇਸ ਕਰਕੇ ਸਮਝਦੇ ਆ ਕਿ ਸਾਡੀ ਮਾਂ ਬੋਲੀ ਇੱਕ ਹੈ, ਅਸੀਂ ਮਾਂ ਬੋਲੀ ਦੇ ਵਿੱਚ ਗੱਲ ਕਰਦੇ ਆ। ਅਮਰੀਕਾ ਤੋਂ ਬੈਠੇ ਇਸ ਵੇਲੇ ਸਰਦਾਰ ਹਰਪਾਲ ਸਿੰਘ ਹੋਣੀ ਗੱਲ ਕਰ ਰਹੇ ਆ, ਮੈਂ ਪੰਜਾਬ ਦੇ ਵਿੱਚ ਬੈਠਾ ਗੱਲ ਕਰ ਰਿਹਾ, ਤੁਸੀਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਦੇ ਵਿੱਚ ਬੈਠੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਤਾਂ ਅਸੀਂ ਸਾਰੇ ਜਾਣੇ ਜੁੜੇ ਆ। ਸਾਡੀ ਤੰਦ ਇੱਕ ਹੈ, ਉਹ ਹੈ ਪੰਜਾਬੀ ਮਾਂ ਬੋਲੀ, ਜਿਹਦੇ ਵਿੱਚ ਅਸੀਂ ਬੋਲ ਰਹੇ ਹਾਂ। ਔਰ ਇਹਦੇ ਬਾਰੇ ਵੈਸੇ ਵੀ ਵਿਗਿਆਨੀਆਂ ਦਾ ਵੀ ਇਹ ਕਹਿਣਾ
ਕਿ ਜੋ ਗੱਲ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਆਪਣੀ ਮਾਂ ਬੋਲੀ 'ਚ ਕਹਿ ਸਕਦੇ ਆ, ਉਦੋਂ ਵਧੀਆ ਤਰੀਕਾ ਨਹੀਂ ਹੋ ਸਕਦਾ, ਤੇ ਜੋ ਸਮਝ ਸਕਦੇ ਆ ਉਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਔਰ ਇੱਥੋਂ ਤੱਕ ਵੀ ਕਿ ਬਹੁਤ ਸਾਰੇ ਸਾਇੰਸ ਦੇ ਜਿਹੜੇ ਵਿਸ਼ੇ ਆ ਜਾਂ ਮੈਡੀਕਲ ਦੇ ਵਿਸ਼ੇ ਆ, ਉਹਨਾਂ ਬਾਰੇ ਵੀ ਉਹਨਾਂ ਅਧਿਆਪਕਾਂ ਦੀ ਜਿਹੜੇ ਸਾਡੀ ਭਾਸ਼ਾ ਨਾਲ ਸੰਬੰਧ ਨਹੀਂ ਰੱਖਦੇ, ਪੰਜਾਬੀ ਨਾਲ, ਬਲਕਿ ਉਹ ਦੂਸਰੇ ਮੁਲਕਾਂ ਦੇ ਆ, ਉਹ ਇਹ ਗੱਲ ਕਹਿੰਦੇ ਆ ਕਿ ਹਰ ਇਨਸਾਨ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ, ਆਪਣੀ ਮਾਂ ਬੋਲੀ ਦੇ ਵਿੱਚ ਹੀ ਇਹ ਵਿਸ਼ੇ ਪੜ੍ਹਨੇ ਚਾਹੀਦੇ ਆ, ਤਾਂ ਹੀ ਉਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਤੇ ਆਪਣੀ ਜਿਹੜੀ ਦੂਸਰੀ ਉਸ ਦੀ ਵਸੋਂ ਹੈ, ਉਸ ਖੇਤਰ ਦੀ, ਉਸ ਕੌਮ ਦੀ, ਉਹਨਾਂ ਤੱਕ ਪਹੁੰਚਾ ਸਕਦਾ। ਹੁਣ ਅਸੀਂ ਗੱਲ ਕਰਦੇ ਹਾਂ CBSE ਦੇ ਫੈਸਲੇ ਦੀ, ਜਿਹੜਾ CBSE ਨੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈ ਕਿ ਉਹਨਾਂ ਨੇ ਭਾਸ਼ਾਵਾਂ ਦੀ ਦਰਜਾਬੰਦੀ, ਭਾਸ਼ਾਵਾਂ ਦੀ ਤਾਂ ਨਹੀਂ, ਵਿਸ਼ਿਆਂ ਦੀ ਜਿਹੜੀ ਦਰਜਾਬੰਦੀ ਕਰਤੀ ਆ, ਇਹ ਕਹਿ ਕੇ, ਇਹ ਤਰਕ ਦੇ ਕੇ ਕਿ ਸਾਡੇ ਕੋਲ 199 ਵਿਸ਼ੇ ਆ ਜਿਨ੍ਹਾਂ ਦਾ ਇਮਤਿਹਾਨ ਲੈਣਾ, ਉਹਨਾਂ ਨੂੰ ਅੱਗੇ ਪਿੱਛੇ ਕਰਕੇ ਲੈਣਾ ਹੁੰਦਾ, ਸਮਾਂ ਬਹੁਤ ਚਾਹੀਦਾ, ਉਹਦੇ ਲਈ ਦਰਜਾਬੰਦੀ ਕਰਕੇ ਕੁਛ ਮਾਈਨਰ ਵਿਸ਼ੇ ਕਰਤੇ ਆ, ਔਰ ਮਾਈਨਰ ਵਿਸ਼ਿਆਂ ਨੂੰ ਕਹਿ ਕੇ ਇਹਨਾਂ ਦੀ ਅਸੀਂ ਭਾਸ਼ਾ ਦਾ ਜਿਹੜਾ ਇਮਤਿਹਾਨ ਹੈ ਉਹ ਪਹਿਲਾਂ ਲੈ ਸਕਦੇ ਹਾਂ ਸੁਖਾਲੇ ਤਰੀਕੇ ਨਾਲ। ਉਹਨਾਂ ਦੇ ਵਿੱਚ ਪੰਜਾਬੀ ਆ, ਹੋਰ ਵੀ ਭਾਸ਼ਾਵਾਂ ਬਹੁਤ ਨੇ ਉਹਦੇ ਵਿੱਚ, ਵੱਖ-ਵੱਖ ਖੇਤਰਾਂ ਦੀਆਂ ਭਾਸ਼ਾਵਾਂ, ਉਹਨਾਂ ਨੂੰ ਵੀ ਇਸ ਗੱਲ ਦਾ ਦਰਦ ਹੋਊਗਾ, ਪਰ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਬਹੁਤ ਦਰਦ ਹੈ, ਦੁੱਖ ਹੈ, ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਪੰਜਾਬੀ ਮਾਤ ਭਾਸ਼ਾ ਨੂੰ, ਪੰਜਾਬੀ ਮਾਂ ਬੋਲੀ ਨੂੰ ਦੂਜੇ ਦਰਜੇ ਦੇ ਵਿੱਚ ਰੱਖਿਆ ਗਿਆ। ਉਹਦੇ ਨਾਲ ਫਰਕ ਕੀ ਪਊਗਾ? ਮੈਂ ਜਿਹੜਾ ਮਹਿਸੂਸ ਕਰਦਾ ਕਿ ਬੇਸ਼ੱਕ ਤਰਕ ਦੇ ਰਹੀ ਹੈ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਇੰਪੋਰਟੈਂਸ ਤੇ ਕੋਈ ਫਰਕ ਨਹੀਂ ਪੈਣਾ, ਉਹਦੀ ਮਹੱਤਤਾ ਤੇ ਕੋਈ ਫਰਕ ਨਹੀਂ ਪੈਣਾ, ਅਸੀਂ ਸਿਰਫ ਉਹਦੀ ਇਮਤਿਹਾਨ ਪਹਿਲਾਂ ਲੈਣਾ। ਲੇਕਿਨ ਜਦੋਂ ਲਿਸਟ ਆਵੇਗੀ, ਉਸ ਪੇਪਰ ਦੇ ਉੱਪਰ ਲਿਖਿਆ ਹੋਏਗਾ ਮਾਈਨਰ ਭਾਸ਼ਾ, ਮਾਈਨਰ ਦੂਜੇ ਦਰਜੇ ਦੀ ਭਾਸ਼ਾ, ਤਾਂ ਇਮਤਿਹਾਨ ਦੇਣ ਵਾਲੇ ਬੱਚੇ ਦੇ ਉੱਪਰ ਸਾਈਕੋਲੋਜੀਕਲੀ ਅਸਰ ਪਊਗਾ ਕਿ ਮੇਰੀ ਮਾਂ ਬੋਲੀ ਜਿਹੜੀ ਆ ਉਹ ਮੇਜਰ ਭਾਸ਼ਾ ਦੇ ਵਿੱਚ ਨਹੀਂ ਆਉਂਦੀ ਗੀ, ਮਤਲਬ ਹੋਰ ਭਾਸ਼ਾਵਾਂ ਜਿਹੜੀਆਂ ਉਹ ਮੇਜਰ ਭਾਸ਼ਾ ਦੇ ਵਿੱਚ ਆ ਜਾਂਦੀਆਂ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਮਤਲਬ CBSE ਬੋਰਡ ਨੂੰ ਕਿ ਆਪਣੇ ਇਸ ਫੈਸਲੇ ਨੂੰ ਉਹ ਵਿਚਾਰਿਆ ਜਾਵੇ, ਦੁਬਾਰਾ ਵਿਚਾਰਿਆ ਜਾਵੇ, ਰਿਵਿਊ ਕੀਤਾ ਜਾਵੇ ਕਿ ਜੇ ਉਹ ਸਮਝਦੇ ਆ ਕਿ ਮਾਈਨਰ ਤੇ ਮੇਜਰ ਲਿਖਣ ਨਾਲ ਕੋਈ ਇੰਪੋਰਟੈਂਸ ਤੇ ਫਰਕ ਨਹੀਂ ਪੈਣਾ, ਤੇ ਫਿਰ ਲਿਖਿਆ ਹੀ ਨਾ ਜਾਵੇ, ਫਿਰ ਸਾਰੇ ਵਿਸ਼ੇ ਜਿਹੜੇ ਰੱਖੇ ਜਾਣ, ਭਾਵੇਂ ਉਹ ਅੰਗਰੇਜ਼ੀ ਹੋਵੇ, ਹਿੰਦੀ ਹੋਵੇ, ਪੰਜਾਬੀ ਹੋਵੇ, ਤਾਮਿਲ ਹੋਵੇ, ਜਿਹੜੀ ਵੀ ਕੰਨੜ, ਜਿਹੜੀ ਵੀ ਭਾਸ਼ਾ ਹੈਗੀ ਆ, ਉਹਦੇ ਇੱਕੋ ਉਹਨੂੰ ਦਰਜਾ ਦਿੱਤਾ ਜਾਵੇ, ਪੇਪਰ ਅੱਗੇ ਪਿੱਛੇ ਲੈ ਲੈਣ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਇਹ ਸਾਡਾ ਸਾਰਿਆਂ ਦਾ ਜਿਹੜਾ ਦਰਦ ਹੈ, ਕਿਉਂਕਿ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹਾਂ, ਆਪਣੀ ਮਾਂ ਬੋਲੀ ਦੇ ਨਾਲ ਜੁੜੇ ਹਾਂ, ਸਮੁੰਦਰੋਂ ਪਾਰ ਬੈਠੇ ਵੀ ਅਸੀਂ ਜਿਹੜੇ ਆ, ਇਹਦਾ ਦਰਦ ਜਿਹੜਾ ਤੁਸੀਂ ਮਹਿਸੂਸ ਕਰ ਰਹੇ ਹਾਂ, ਔਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਆ। ਪੰਜਾਬ ਦੇ CM ਸਾਹਿਬ ਨੇ ਵੀ ਗੱਲ ਕੀਤੀ ਆ, ਪੰਜਾਬ ਦੇ ਅਖਬਾਰ ਜਿਹੜੇ ਨੇ ਪੰਜਾਬੀ ਭਾਸ਼ਾ ਦੇ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੱਕਿਆ, ਔਰ ਬਹੁਤ ਸਾਰੇ ਲੋਕ ਜਿਹੜੀਆਂ ਸਾਡੀਆਂ ਸਾਹਿਤ ਸਭਾਵਾਂ ਨੇ, ਸੱਭਿਆਚਾਰ ਕਰਮੀ ਨੇ, ਉਹ ਵੀ ਇਸ ਮੁੱਦੇ ਨੂੰ ਉਠਾ ਰਹੇ। ਜਿਵੇਂ ਕਿ ਆਮ ਕਰਕੇ ਕਹਿੰਦੇ ਵੀ ਪੰਜਾਬ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਤਾਂ ਪਹਿਲਾਂ ਹੀ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲੱਗੀ ਹੁੰਦੀ ਹੈ ਵੀ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਤੁਹਾਨੂੰ ਨਹੀਂ ਲੱਗਦਾ ਵੀ ਇਸੇ ਨਾਲ ਪੰਜਾਬੀ ਦਾ ਹੋਰ ਜ਼ਿਆਦਾ ਵੱਡਾ ਨੁਕਸਾਨ ਹੋਏਗਾ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਹਿਲਾਂ ਤਾਂ ਇਹ ਜਿਹੜਾ ਵਿਸ਼ਾ ਇਹ ਵੀ ਬਹੁਤ ਗੰਭੀਰ ਆ, ਜਿਹੜਾ ਤੁਸੀਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ, ਖਾਸ ਤੌਰ ਤੇ ਜਿਹੜੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਹੈ, ਉਹਨਾਂ ਦੇ ਵਿੱਚ ਤੁਸੀਂ ਪੰਜਾਬੀ ਪੜ੍ਹਾਉਣ ਦੀ ਗੱਲ ਤਾਂ ਵੱਖਰੀ ਆ, ਉਹਨਾਂ ਦੇ ਵਿੱਚ ਜੇ ਪੰਜਾਬੀ 'ਚ ਬੱਚਾ ਗੱਲ ਕਰਦਾ ਉਹਨੂੰ ਜੁਰਮਾਨਾ ਹੁੰਦਾ ਜੀ। ਇਸ ਤਰ੍ਹਾਂ ਇਹਦੇ ਬਾਰੇ ਵੀ ਬਹੁਤ ਚਰਚਾ ਜਿਹੜੀ ਪਿਛਲੇ ਦਿਨਾਂ ਤੋਂ ਛਿੜੀ ਆ, ਔਰ ਅਸੀਂ ਨਵੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ। ਚੰਨੀ ਸਾਹਿਬ ਇਸ ਗੱਲ ਵੱਲ ਬਹੁਤ ਧਿਆਨ ਦੇ ਰਹੇ ਆ ਕਿ ਉਹ ਲੋਕ ਮੁੱਦਿਆਂ ਦੇ ਉੱਪਰ ਮਸਲੇ ਹੱਲ ਕਰਨ ਵੱਲ ਤੁਰਿਆ। ਇਹ ਵੱਡਾ ਮਸਲਾ ਇਸ ਵੇਲੇ ਕਿ ਜਿਹੜੇ ਪੰਜਾਬ ਦੇ ਵਿੱਚ ਸਕੂਲ ਹੈ ਉਹ ਠੀਕ ਹੈ ਅੰਗਰੇਜ਼ੀ ਮਾਧਿਅਮ ਦੇ ਵਿੱਚ ਪੜ੍ਹਾਉਣ, ਜੇ ਅਸੀਂ ਇੰਟਰਨੈਸ਼ਨਲ ਪੱਧਰ ਤੇ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਹੈ, ਆਪਣੇ ਬੱਚਿਆਂ ਨੂੰ ਅੱਜ ਮੁਕਾਬਲਾ ਪੰਜਾਬ ਦੇ ਵਿੱਚ ਬੈਠੇ ਕਿਸੇ ਬੱਚੇ ਦਾ, ਪਿੰਡ ਦੇ ਵਿੱਚ ਬੈਠੇ ਕਿਸੇ ਬੱਚੇ ਦਾ, ਉਹ ਲੰਡਨ ਦੇ ਕਿਸੇ ਬੱਚੇ ਨਾਲ ਵੀ ਮੁਕਾਬਲਾ ਹੈ, ਉਹ ਅਮਰੀਕਾ ਦੇ ਨਾਲ ਵੀ ਮੁਕਾਬਲਾ, ਆਸਟ੍ਰੇਲੀਆ ਨਾਲ ਵੀ ਆ। ਇਸ ਕਰਕੇ ਉਹ ਦੂਜੀਆਂ ਭਾਸ਼ਾਵਾਂ, ਖਾਸ ਤੌਰ ਤੇ ਅੰਗਰੇਜ਼ੀ ਭਾਸ਼ਾ ਪੜ੍ਹਨੀ ਉਹਦੇ ਲਈ ਜ਼ਰੂਰੀ ਆ, ਪਰ ਉਹ ਆਪਣੀ ਪੰਜਾਬੀ ਮਾਂ ਬੋਲੀ ਦੀ ਕੋਸਟ ਤੇ ਨਾ ਪੜ੍ਹੇ, ਕਿ ਉਹਨੂੰ ਛੱਡ ਕੇ ਪਹਿਲਾਂ ਮਾਂ ਬੋਲੀ ਨੂੰ ਪਹਿਲ, ਕਿ ਪੰਜਾਬੀ ਭਾਸ਼ਾ ਦਾ ਵਿਸ਼ਾ ਵੀ ਪੜ੍ਹਾਇਆ ਜਾਵੇ, ਔਰ ਪੰਜਾਬੀ ਬੋਲਣ ਤੇ ਵੀ ਐਡੀ ਕੋਈ ਪਾਬੰਦੀ ਨਾ ਲਾਈ ਜਾਵੇ। ਸਾਡੇ ਪੰਜਾਬੀ ਬੋਲਣ ਵਾਲੇ ਬੰਦਿਆਂ ਨੇ ਤਰੱਕੀ ਕੀਤੀ ਹੈ ਇੰਟਰਨੈਸ਼ਨਲ ਲੈਵਲ ਤੇ। ਇਸ ਵੇਲੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਵੱਡੇ ਮੁਲਕਾਂ ਦੇ ਵਿੱਚ ਅਸੀਂ ਉੱਥੋਂ ਦੀ ਧਿਰ ਬਣੇ ਹੋਏ ਹਾਂ, ਰਾਜਨੀਤਿਕ ਧਿਰ, ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਆ, ਉਹ ਪੰਜਾਬੀ ਬੋਲਣ ਵਾਲੇ ਬੰਦੇ ਵੀ ਪਹੁੰਚੇ ਆ। ਇਹੋ ਜਿਹੀ ਕਿਹੜੀ ਗੱਲ ਹੈ? ਇਸ ਕਰਕੇ ਆਪਣੀ ਮਾਂ ਬੋਲੀ ਬੋਲਣ ਤੇ ਪਾਬੰਦੀ ਬਿਲਕੁਲ ਨਾ ਹੋਵੇ, ਔਰ ਇਹ ਖਾਸ ਤੌਰ ਤੇ ਇਹਨੂੰ ਜੁਰਮ ਮੰਨਿਆ ਜਾਵੇ। ਮੈਂ ਤਾਂ ਇਹ ਕਹਿੰਦਾ ਕਿ ਜੇ ਕੋਈ ਇਹ ਕਰਦਾ ਉਹਨੂੰ ਜੁਰਮ ਮੰਨਿਆ ਜਾਵੇ। ਕੁਝ ਲੋਕ ਇਹ ਲਿਖਦੇ ਆ ਵੀ ਜਿਹੜਾ ਇਹ ਪੰਜਾਬੀ ਭਾਸ਼ਾ ਹੈ, ਪੰਜਾਬੀ ਵਿਸ਼ਾ ਹੈ, ਜਾਂ ਕੋਈ ਵੀ ਭਾਸ਼ਾ ਹੈ, ਇਹ ਭਾਸ਼ਾ ਵਿਗਿਆਨੀਆਂ ਦੇ ਵਿਸ਼ੇ ਦਾ ਸੰਬੰਧ ਨਾਲ ਸੰਬੰਧਿਤ ਹੈ, ਵੀ ਇਸ ਨੂੰ ਭਾਸ਼ਾ ਵਿਗਿਆਨੀ ਹੈਂਡਲ ਕਰਨ। ਪਰ ਇਹ ਸਿਆਸਤ ਤੋਂ ਪ੍ਰੇਰਿਤ ਲੋਕੀ ਇਸ ਦੇ ਮਗਰ ਲੱਗੇ ਆ ਵੀ ਹਿੰਦੂ, ਹਿੰਦੀ, ਹਿੰਦੁਸਤਾਨ, ਜਾਂ ਫਿਰ ਅਸੀਂ ਫਿਰ ਅੰਗਰੇਜ਼ੀ ਦੀ ਗੱਲ ਕਰਨੀ ਹੈ। ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਵਿਸ਼ਾ ਵੀ ਰੱਖਿਆ ਗਿਆ, ਜਿਹੜਾ ਇਹ ਫੈਸਲਾ ਕੀਤਾ, ਇਹ ਵੀ ਕੁਛ ਸਿਆਸਤ ਤੋਂ ਪ੍ਰੇਰਿਤ ਹੈ?
ਦੇਖੋ ਇਹ ਗੱਲ ਤਾਂ ਤੁਹਾਡੀ ਬਿਲਕੁਲ ਸੱਚੀ ਹੈ ਕਿ ਸਾਡੇ ਬਹੁਤ ਸਾਰੇ ਫੈਸਲੇ ਉਹ ਸਿਆਸਤ ਤੋਂ ਪ੍ਰੇਰਿਤ ਹੋ ਜਾਂਦੇ ਆ। ਉੱਥੇ ਸਿਆਸੀ ਲੋਕਾਂ ਦਾ ਦਬਦਬਾ ਹੋ ਜਾਂਦਾ, ਮਤਲਬ ਇਸ ਤਰੀਕੇ ਨਾਲ ਫੈਸਲੇ ਹੋ ਜਾਂਦੇ ਆ। ਇਹ ਫੈਸਲਾ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਨਹੀਂ ਪ੍ਰੇਰਿਤ, ਪਰ ਇਹਨੂੰ ਅਸੀਂ ਮੰਨ ਕੇ ਹੀ ਚੱਲਾਂਗੇ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਕੁੰਡੀ ਜ਼ਰੂਰ ਹੈ ਕਿ ਇੱਕ ਸਾਡੀ ਭਾਸ਼ਾ ਨੂੰ ਮਾਈਨਰ ਕਿਉਂ ਕਿਹਾ ਗਿਆ। ਠੀਕ ਹੈ ਜੀ, ਇਸ ਫੈਸਲੇ ਨੂੰ ਦੁਆਰਾ ਵਿਚਾਰਿਆ ਜਾਣਾ ਬਹੁਤ ਜ਼ਰੂਰੀ ਜੀ। ਕਿ ਇੱਕ ਕੇਂਦਰੀ ਪੰਜਾਬੀ ਲੇਖਕ ਸਭਾ ਹੈ, ਉਸ ਵੱਲੋਂ ਇੱਕ ਬਹੁਤ ਜਿਹੜਾ ਕਟਾਖਸ ਕੀਤਾ ਗਿਆ ਵੀ ਦੁਨੀਆ ਭਰ ਦੇ ਸਭ ਤੋਂ ਜੇ ਅਨਪੜ੍ਹ ਟਰਸਟ ਜਾਂ ਅਨਪੜ੍ਹ ਇਸ ਨੂੰ ਆਪਾਂ ਬੋਰਡ ਮੰਨ ਲਿਆ ਜਾਵੇ, ਅਨਪੜ੍ਹ ਬੋਰਡ CBSE ਬੋਰਡ ਨੂੰ ਕਿਹਾ ਗਿਆ ਵੀ ਜਦੋਂ ਇਹ ਫੈਸਲੇ ਕਰਦੀ ਆ, ਤੁਸੀਂ ਉਸ ਦੇ ਇਸ ਜਿਹੜੇ ਕਟਾਖਸ ਨੂੰ ਕਿਵੇਂ ਲੈਂਦੇ ਹੋ? ਨਹੀਂ, ਉਹ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ ਕਿ ਜਦੋਂ ਇਸ ਤਰ੍ਹਾਂ ਦੇ ਵਿਸ਼ੇ ਤੇ ਫੈਸਲਾ ਲੈਣਾ ਹੈ ਬੋਰਡ ਨੇ ਤਾਂ ਉਹਨੂੰ ਭਾਸ਼ਾ ਵਿਗਿਆਨੀਆਂ ਨੂੰ ਨਾਲ ਲੈਣਾ ਚਾਹੀਦਾ। ਇਹ ਗੱਲ ਬਿਲਕੁਲ ਉਹਨਾਂ ਨੇ ਠੀਕ ਕਹੀ ਆ। ਡਾਕਟਰ ਸੁਖਦੇਵ ਸਿੰਘ ਹੋਰਾਂ ਨੇ, ਡਾਕਟਰ ਸਰਬਜੀਤ ਸਿੰਘ, ਸਰਦਾਰ ਜੋਗਾ ਸਿੰਘ ਹੋਰਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜਿਹੜੀ ਗੱਲ ਕੀਤੀ ਆ, ਔਰ ਹੋਰ ਸਭਾਵਾਂ ਨੇ ਵੀ ਕੀਤੀ ਆ ਇਸ ਵਿਸ਼ੇ ਤੇ। ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਗੱਲ ਕੀਤੀ ਆ, ਜਿਹੜੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਨੇ, ਪੰਜਾਬ ਗੌਰਮੈਂਟ ਦੀ ਜਿਹੜੀ ਸੰਸਥਾ ਹੈਗੀ ਆ। ਸਰਦਾਰ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕੀਤੀ ਆ। ਬਹੁਤ ਸਾਰੇ ਅਖਬਾਰਾਂ ਨੇ ਇਸ ਮੁੱਦੇ ਨੂੰ ਚੁੱਕਿਆ, ਔਰ ਬਿਲਕੁਲ ਠੀਕ ਹੈ ਕਿ ਜਦੋਂ ਤੁਸੀਂ ਫੈਸਲਾ ਲੈਣਾ, ਜੇ ਉਹ ਸੰਸਥਾ ਨੇ ਇਸ ਗੱਲ ਦਾ ਸਬੂਤ ਦੇਣਾ, ਮਤਲਬ ਜਿਵੇਂ ਉਹਨਾਂ ਨੇ ਕਿਹਾ ਉਹ ਸਬੂਤ ਦੇਣਾ ਚਾਹੁੰਦੀ ਹੈ ਕਿ ਉਹ ਇੰਟੈਲੈਕਚੁਅਲ ਹੈ ਜਾਂ ਉਹ ਸੰਸਥਾ ਗੰਭੀਰ ਹੈ ਜਾਂ ਉਹ ਸੰਸਥਾ ਲੋਕ ਮੁੱਦਿਆਂ ਦੇ ਉੱਪਰ ਬਹੁਤ ਜਿਹੜੀ ਆ ਮਤਲਬ ਕਿ ਸਿੰਸੀਅਰਟੀ ਨਾਲ ਕੰਮ ਕਰ ਰਹੀ ਆ, ਤਾਂ ਉਹਨੂੰ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਉਹ ਭਾਸ਼ਾ ਵਿਗਿਆਨੀਆਂ ਦੀ ਸਲਾਹ ਦੇ ਨਾਲ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਲੈਣੇ ਚਾਹੀਦੇ ਆ, ਤੇ ਫਿਰ ਇਹੋ ਜਿਹੀ ਸਮੱਸਿਆ ਕਦੇ ਨਹੀਂ ਆਉਂਦੀ। ਕੋਈ ਵੀ ਭਾਸ਼ਾ ਵਿਗਿਆਨੀਆਂ ਦਾ ਕਿਸੇ ਭਾਸ਼ਾ ਨਾਲ ਸੰਬੰਧ ਰੱਖਦਾ, ਉਹ ਕਿਸੇ ਦੀ ਵੀ ਮਾਂ ਬੋਲੀ ਨੂੰ ਇਗਨੋਰ ਨਹੀਂ ਕਰਨ ਦੇਊਗਾ। ਇਹ ਮੇਰੀ ਸ਼ਰਤ ਹੈ ਇਸ ਗੱਲ ਜੀ। ਹੁਣ ਗੱਲ ਇਹ ਹੈ ਵੀ ਚੰਨੀ ਸਾਹਿਬ ਨੇ ਟਵੀਟ ਕੀਤਾ, ਸਾਡੇ ਤੁਹਾਡੇ ਵੱਲੋਂ ਇਸ ਦਾ ਵਿਰੋਧ ਵੀ ਜਤਾਇਆ ਜਾ ਰਿਹਾ। ਤੁਹਾਨੂੰ ਲੱਗਦਾ ਵੀ ਇਹ ਫੈਸਲਾ ਇੱਥੇ ਹੀ, ਇਹ ਮੁੱਦਾ ਇੱਥੇ ਹੀ ਖਤਮ ਹੋ ਜਾਏਗਾ ਜਾਂ ਫਿਰ ਇਸ ਦੇ ਲਈ ਕੋਈ ਸੰਜੀਦਾ ਕੰਮ ਕਰਨ ਦੀ ਲੋੜ ਹੈ? ਪੰਜਾਬ ਸਰਕਾਰ ਇਸ ਦੇ ਕੈਪੇਬਲ, ਇਸ ਦੇ ਐਬਲ ਹੈ ਵੀ ਉਹ ਕਹਿ ਦੇਵੇ ਵੀ ਨਹੀਂ, ਅਸੀਂ ਇਸ ਫੈਸਲੇ ਨੂੰ ਨਹੀਂ ਮੰਨਦੇ ਜੀ? ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਮੁੱਦਾ ਖਤਮ ਨਹੀਂ। ਬਾਕੀ ਇਹਨੂੰ CBSE ਵੀ ਵਿਚਾਰ ਕਰ ਸਕਦੀ ਹੈ ਇਹਦੇ ਤੇ। CBSE ਲਈ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਕਿ ਉਹ ਦੁਆਰਾ ਲਿਸਟ ਜਾਰੀ ਕਰਨੀ ਉਹਦੇ ਤੇ, ਮਤਲਬ ਇਸ ਗੱਲ ਨੂੰ, ਨਾਲੇ ਉਹ ਇਸ ਗੱਲ ਦਾ ਸਬੂਤ ਦੇ ਦੇਵੇ। ਬਹੁਤੀ ਗੱਲ ਆ ਉਹ ਬਹੁਤ ਛੇਤੀ ਇੱਕ ਕਮੇਟੀ ਬਣਾ ਕੇ, ਭਾਸ਼ਾ ਵਿਗਿਆਨੀਆਂ ਦੀ ਕਮੇਟੀ ਬਣਾ ਕੇ ਸਾਹਿਤਕਾਰ ਜੀ ਦੇ ਵਿੱਚ ਸ਼ਾਮਲ ਹੋਣ, ਉਹਨਾਂ ਨੂੰ ਲੈ ਕੇ ਨਾਲ ਉਹ ਇੱਕ ਕਮੇਟੀ ਬਣਾ ਦੇ, ਕਮੇਟੀ ਤੋਂ ਫੈਸਲਾ ਕਰਾਵੇ। ਤੇ ਕਮੇਟੀ ਜਿਹਦੇ ਵਿੱਚ ਭਾਸ਼ਾ ਵਿਗਿਆਨੀ ਹੋਣਗੇ, ਜਿਹੜਾ ਭਾਸ਼ਾ ਵਿਗਿਆਨੀ ਹੁੰਦਾ ਉਹ ਘੱਟੋ ਘੱਟ ਇਸ ਗੱਲ ਨੂੰ ਸਮਝਦਾ ਕਿ ਲੋਕ ਜਿਹੜੇ ਆ ਉਹ ਆਪਣੀ ਮਾਂ ਬੋਲੀ ਦੇ ਨਾਲ ਕਿੰਨੀ ਭਾਵਨਾ ਦੇ ਨਾਲ ਜਾਂ ਕਿੰਨੀ ਸੰਵੇਦਨਸ਼ੀਲਤਾ ਦੇ ਨਾਲ ਜੁੜੇ ਹੁੰਦੇ ਆ। ਉਹਨਾਂ ਲਈ ਇਹ ਵੱਡਾ ਮੁੱਦਾ ਬਣ ਜਾਣਾ। CBSE ਲਈ ਇਹ ਕੋਈ ਵੱਡਾ ਗੱਲ ਨਹੀਂ ਕਿ ਉਹ ਸਾਰੇ ਵਿਸ਼ਿਆਂ ਨੂੰ ਇੱਕੋ ਲਿਸਟ ਦੇ ਵਿੱਚ ਸ਼ਾਮਲ ਕਰੇ। ਉਹਦੇ ਲਈ ਸਾਰੇ ਹੀ ਮੇਜਰ ਹੋਣ ਵਿਸ਼ੇ। ਹੋ ਸਕਦਾ, ਮਤਲਬ ਤੁਹਾਡੀ ਗੱਲ ਠੀਕ ਹੈ ਕਿ ਇਹ ਵਿਸ਼ਾ ਜਿਹੜਾ, ਇਹ ਜਿਹੜਾ ਮੁੱਦਾ ਹੈ ਜਾਂ ਇਹ ਜਿਹੜਾ ਸਟਰਗਲ ਅਸੀਂ ਕਰ ਰਹੇ ਹਾਂ ਇਸ ਵੇਲੇ, ਜਾਂ ਇਹ ਜਿਹੜਾ ਵਿਵਾਦ ਜਿਹੜਾ ਛਿੜਿਆ, ਇਹਨੂੰ CBSE ਬਹੁਤ ਵਧੀਆ ਤਰੀਕੇ ਨਾਲ ਹੱਲ ਕਰ ਸਕਦੀ ਹੈ। ਹਜੇ ਕੁਝ ਨਹੀਂ ਵਿਗੜਿਆ, ਲਿਸਟ ਜਾਰੀ ਕੀਤੀ ਹੈ, ਦੁਬਾਰਾ ਕਰ ਦੇਵੇ ਜੀ। ਕੁਝ ਲੋਕਾਂ ਦਾ ਇਹ ਵੀ ਮਤ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਪੰਜਾਬੀ ਗਾਇਕ ਖਾਸ ਕਰਕੇ ਉਹ ਕਹਿੰਦੇ ਆ ਜੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਉਹਨਾਂ ਵੱਲੋਂ ਇਸ ਵਿਸ਼ੇ ਦੇ ਉੱਤੇ ਇੱਕ ਵੀ ਬਿਆਨ ਨਾ ਦੇਣਾ, ਤੁਸੀਂ ਕਿਵੇਂ ਸੋਚਦੇ ਹੋ? ਦੇਖੋ, ਇਹ ਗੱਲ ਆਪਾਂ ਇਹ ਕਹਿ ਸਕਦੇ ਹਾਂ ਕਿ ਵਿਸ਼ੇ ਦੇ ਉੱਪਰ ਹਜੇ ਕੀ ਮੁੱਦਾ ਹੁਣੇ ਉੱਠਿਆ, ਔਰ ਜਿਹੜੇ ਲੋਕ ਇਸ ਗੱਲ ਨਾਲ ਡਾਇਰੈਕਟਲੀ ਜੁੜੇ ਆ, ਤੁਹਾਡੇ ਲੋਕ ਡਾਇਰੈਕਟਲੀ ਜੁੜੇ ਆ, ਅਖਬਾਰ ਡਾਇਰੈਕਟਲੀ ਜੁੜਿਆ, ਲੇਖਕ ਡਾਇਰੈਕਟਲੀ ਜੁੜੇ ਹੋਏ ਇਸ ਗੱਲ ਦੇ ਨਾਲ, ਉਹਨਾਂ ਨੇ ਇੱਕਦਮ ਇਸ ਗੱਲ ਤੇ ਰਿਐਕਟ ਜਿਹੜਾ ਕਰਤਾ। ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਗਾਇਕ ਨੇ, ਗੀਤਕਾਰ ਨੇ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੇ ਨਾਂ ਤੇ, ਮਤਲਬ ਠੀਕ ਆ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕੀਤੀ ਆ, ਪਰ ਉਹਨਾਂ ਦਾ ਰੁਜ਼ਗਾਰ ਵੀ ਪੰਜਾਬੀ ਮਾਂ ਬੋਲੀ ਆ, ਇਸ ਕਰਕੇ ਬਿਲਕੁਲ, ਔਰ ਉਹ ਬੋਲਣਗੇ ਵੀ ਜਿਹੜੇ ਸਿੰਸੀਅਰ ਆ। ਆਪਾਂ ਸਾਰਿਆਂ ਨੂੰ ਮੈਂ ਇਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਕਰ ਸਕਦਾ ਕਿ ਸਾਰੇ ਪੰਜਾਬੀ ਮਾਂ ਬੋਲੀ ਲਈ ਸਿੰਸੀਅਰ ਆ, ਲੇਕਿਨ ਬਹੁਤ ਸਾਰੇ ਚੰਗੇ ਗਾਇਕ ਆ ਜਿਹੜੇ ਉਹ ਪੰਜਾਬੀ ਮਾਂ ਬੋਲੀ ਲਈ ਸਿੰਸੀਅਰ ਆ, ਉਹ ਗੱਲ ਵੀ ਕਰਨਗੇ, ਉਹਨਾਂ ਨੂੰ ਕਰਨੀ ਚਾਹੀਦੀ ਵੀ ਆ ਜੀ। ਅੰਤ ਦੇ ਵਿੱਚ ਤੁਸੀਂ ਕੋਈ ਮੈਸੇਜ ਦੇਣਾ ਚਾਹੋ? ਦੇਖੋ, ਮੈਂ ਅੰਤ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਬੇਸ਼ੱਕ ਅੱਜ ਅਸੀਂ ਗੱਲ ਤਾਂ ਇਸ ਵਿਸ਼ੇ ਦੀ ਕਰ ਰਹੇ ਹਾਂ, ਪਰ ਇੱਕ ਬਹਾਨਾ ਬਣਾਇਆ ਪੰਜਾਬੀ ਲੋਕ ਚੈਨਲ ਨੇ, ਸਰਦਾਰ ਹਰਪਾਲ ਸਿੰਘ ਹੋਰਾਂ ਨੇ, ਬਹੁਤ ਵਧੀਆ ਬਹਾਨਾ ਬਣ ਗਿਆ, ਸਾਡੇ ਕੋਲ ਸਬੱਬ ਬਣ ਗਿਆ ਗੱਲ ਕਰਨ ਦਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਆ, ਆਪਣੀ ਮਾਂ ਬੋਲੀ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਦਿਓ। ਕੋਸ਼ਿਸ਼ ਕਰੋ ਕਿ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿਣ, ਔਰ ਜਿਹੜਾ ਬੰਦਾ ਆਪਣੀ ਮਾਂ ਬੋਲੀ ਦੇ ਨਾਲ ਜੁੜਿਆ, ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ, ਉਹ ਦੁਨੀਆ ਤੇ ਕਿਤੇ ਡੋਲਦਾ ਨਹੀਂ। ਸੰਤ ਰਾਮ ਉਦਾਸੀ ਨੇ ਇੱਕ ਤਾਂ ਲਿਖਿਆ ਕਿ ਮੈਨੂੰ ਜੁੜਿਆ ਜੜ੍ਹਾਂ ਦੇ ਨਾਲ ਰਹਿਣ ਦੇ, ਘੱਟ ਮੰਡੀ ਵਿੱਚ ਮੁੱਲ ਪੈਂਦਾ ਪਹਿਣ ਦੇ, ਰਹਿਣ ਦੇ ਨਹੀਂ ਵਾਏ ਮੈਨੂੰ ਮੇਰੇ ਪਿੰਡ ਰਹਿਣ ਦੇ। ਇਹ ਪਿੰਡ ਰਹਿਣ ਦਾ ਮਤਲਬ ਕਿ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿਣਾ, ਆਪਣੀ ਵਿਰਾਸਤ ਨਾਲ ਜੁੜ ਕੇ ਰਹਿਣਾ,
ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਜੁੜ ਕੇ ਰਹਿਣਾ, ਉਹੀ ਸਾਡੀ ਜਿਹੜੀ ਪਰਸਨੈਲਿਟੀ ਨੂੰ, ਬੱਚਿਆਂ ਦੀ ਸ਼ਖਸੀਅਤ ਨੂੰ ਇੱਕ ਬਹੁਤ ਵੱਡਾ ਵਿਕਾਸ ਹੈ ਜਿਹੜਾ ਉਹ ਦੇਵੇਗੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਥੈਂਕ ਯੂ ਵੈਰੀ ਮਚ। ਸਰਦਾਰ ਹਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।